ਕੰਮ ਤਾਂ ਕੋਈ ਛੋਟਾ ਵੱਡਾ ਨਹੀਂ ਹੈ। ਮੇਰਾ ਦਿਲ ਕਰਦਾ ਹੁੰਦਾ ਕਿ ਮੈਂ 1-2 ਦਿਨ ਦੇ ਲਈ ਕੰਡਕਟਰ ਜ਼ਰੂਰ ਬਣਾ। ਪ੍ਰੋਫੈਸਰ ਦੀ ਜੌਬ ਨੂੰ ਨਾ ਸਾਡੀ ਸੁਸਾਇਟੀ ਦੇ ਵਿੱਚ ਬਹੁਤ ਹੀ ਜ਼ਿਆਦਾ ਰਿਸਪੈਕਟ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਤੇ ਹਾਂ, ਮੀਡੀਆ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਨੂੰ ਕਿਤੇ ਨਾ ਕਿਤੇ ਆਲੋਚਨਾ ਸਹਿਣੀ ਹੀ ਪੈਂਦੀ ਹੈ। ਮੈਨੂੰ ਨਾ ਸ਼ੁਰੂ ਤੋਂ ਅਹੁਦਿਆਂ ਦੇ ਨਾਲ ਪਿਆਰ ਨਹੀਂ ਰਿਹਾ। ਮੇਰੀ ਡਿਪਾਰਟਮੈਂਟ ਜਾ ਕੇ ਪੁੱਛਿਆ ਜਾ ਸਕਦਾ ਹੈ, ਜਿਹੜੀ ਹੈੱਡ ਆਫ ਦਾ ਡਿਪਾਰਟਮੈਂਟ ਦੀ ਚੇਅਰ ਸੀ ਨਾ, ਉੱਥੇ ਮੈਂ ਕਦੀ ਬੈਠੀ ਹੀ ਨਹੀਂ। ਤੇ ਕਿਤੇ ਨਾ ਕਿਤੇ ਸਾਡੀ ਜਿਹੜੀ ਯੂਥ ਆ ਉਹ ਵਾਕਈ ਹੀ ਡਿਪਰੈਸਡ ਹੋ ਜਾਂਦੀ ਆ ਕਿ ਪੜ੍ਹਾਈ ਲਿਖਾਈ ਕਰ ਲਈ, ਸਾਡੇ ਕੋਲ ਕਈਆਂ ਕੋਲ ਹੁਨਰ ਵੀ ਹੁੰਦਾ ਹੈ ਤਾਂ ਵੀ ਸਾਨੂੰ ਜੌਬ ਨਹੀਂ ਮਿਲ ਰਹੀ ਹੈਗੀ। ਜੇ ਤੁਹਾਡੇ 'ਚ ਹੁਨਰ ਆ, ਜ਼ਰੂਰ ਤੁਸੀਂ ਸੈੱਟ ਹੋਵੋਗੇ। ਚਾਹੇ ਰੇਹੜੀ ਕਿਉਂ ਨਾ ਲਾਣੀ ਪਵੇ, ਆਪਣਾ ਕਮਾ ਕੇ ਤੁਸੀਂ ਜ਼ਰੂਰ ਖਾਓਗੇ ਜੇ ਤੁਹਾਡੇ 'ਚ ਹੁਨਰ ਆ। ਤਾਂ ਮੇਰੇ ਕੋਲ ਸੇਵਿੰਗ ਹੈ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ। ਇਸ ਲਈ ਪਹਿਲਾਂ ਤਾਂ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਸੇਵਿੰਗ ਜ਼ਰੂਰ ਕਰੋ। ਇਹ ਨਹੀਂ ਕਿ ਜਦੋਂ ਅਸੀਂ ਜਿੰਨਾ ਕਮਾਉਂਦੇ ਉਨਾ ਖਰਚ ਕਰ ਦਿਓ। ਅਤੇ ਹੁਣ ਕੋਈ ਆ ਕੇ ਕਵੇ ਕਿ ਇੱਕ ਬੰਦੇ ਦੇ ਸਿਰ 'ਤੇ ਘਰ ਚੱਲ ਰਿਹਾ ਹੈ ਅਤੇ ਆ ਕੇ ਕਵੇ ਮੈਂ ਖੁਸ਼ ਨਹੀਂ, ਮੈਂ ਕੱਲ੍ਹ ਤੋਂ ਨੌਕਰੀ ਛੱਡਣ ਲੱਗਾ, ਸਾਰਾ ਪਰਿਵਾਰ ਰੁਲ ਗਿਆ। ਸੋ ਮੈਂ ਆਪਣੇ ਆਪ ਤੋਂ ਪੁੱਛਿਆ ਕਿ ਰੀਨਾ ਤੂੰ ਖੁਸ਼ ਹਾਂ? ਅਤੇ ਮੇਰੇ ਕੋਲ ਜਵਾਬ ਬਾਰ-ਬਾਰ ਆਉਂਦਾ ਸੀ, ਮੈਂ ਖੁਸ਼ ਨਹੀਂ ਹਾਂ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਗਰੇਵਾਲ ਤੁਹਾਡਾ ਸਾਰਿਆਂ ਦਾ ਵੀ ਸੋਸ਼ਲ 'ਤੇ ਸਵਾਗਤ ਕਰਦੀ ਹਾਂ। ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ। ਅੱਜ ਦੀ ਇਸ ਇੰਟਰਵਿਊ ਦੇ ਵਿੱਚ ਮੇਰੇ ਨਾਲ ਹੋਣਗੀ ਪ੍ਰੋਫੈਸਰ ਰੀਨਾ ਢਿੱਲੋਂ। ਮੇਰੇ ਲਈ ਇੰਟਰਵਿਊ ਇਸ ਕਰਕੇ ਵੀ ਖਾਸ ਹੈ, ਇੱਕ ਤਾਂ ਮੈਂ ਉਹਨਾਂ ਨੂੰ ਆਪਣੇ ਇਸ ਕਰੀਅਰ ਦੇ ਵਿੱਚ ਦੂਜੀ ਵਾਰ ਇੰਟਰਵਿਊ ਕਰ ਰਹੀ ਹਾਂ ਅਤੇ ਕਿਉਂਕਿ ਮੈਂ ਉਹਨਾਂ ਦੀ ਸਟੂਡੈਂਟ ਵੀ ਰਹੀ ਹੋਈ ਹਾਂ। ਜਦੋਂ ਜ਼ਿੰਦਗੀ 'ਚ ਸਾਨੂੰ ਕਿਹਾ ਜਾਂਦਾ ਹੈ ਕਿ ਸਾਡਾ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ, ਤਾਂ ਅਸੀਂ ਇਸ ਇੱਕ ਲਾਈਨ ਦਾ ਇੱਕੋ ਹੀ ਮਤਲਬ ਕੱਢਦੇ ਹਾਂ ਕਿ ਮਤਲਬ ਸਾਡਾ ਜ਼ਿੰਦਗੀ 'ਚ ਨੌਕਰੀ ਕਰਦੇ ਹੋਣਾ ਬੜਾ ਜ਼ਰੂਰੀ ਹੈ। ਪਰ ਕੀ ਕਾਰਨ ਰਿਹਾ ਹੋਊਗਾ ਰੀਨਾ ਢਿੱਲੋਂ ਹੋਣੀ ਆਪਣਾ 17-18 ਸਾਲ ਦਾ ਟੀਚਿੰਗ ਕਰੀਅਰ ਵਿੱਚ ਹੀ ਛੱਡ ਕੇ ਹੁਣ ਉਹ ਮੀਡੀਆ ਲਾਈਨ ਦੇ ਵਿੱਚ ਆ ਕੇ ਜੁੜ ਗਏ ਨੇਗੇ। 2005 ਤੋਂ ਉਹ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਨੇ, ਵਧੀਆ ਸੈਲਰੀ ਵਾਲੀ ਰੈਗੂਲਰ ਪੋਸਟ 'ਤੇ ਜੌਬ ਕਰ ਰਹੇ ਸੀਗੇ। ਅਤੇ ਉਹਨਾਂ ਦੇ ਜੌਬ ਛੱਡਣ ਦਾ ਰੀਜ਼ਨ ਕੀ ਰਿਹਾ ਹੋਊਗਾ ਇਹ ਵੀ ਅਸੀਂ ਉਹਨਾਂ ਤੋਂ ਜਾਣਾਂਗੇ ਅਗਰ ਉਹ ਦੱਸਣਾ ਚਾਹੁਣਗੇ। ਪਰ ਮੈਂ ਉਹਨਾਂ ਨੂੰ ਇਸ ਇੰਟਰਵਿਊ 'ਚ ਲਿਆਉਣ ਦਾ ਸਾਡਾ ਮਕਸਦ ਇਹੀ ਸੀਗਾ ਕਿਉਂਕਿ ਕਈ ਵਾਰ ਸਾਨੂੰ ਜ਼ਿੰਦਗੀ 'ਚ ਬਹੁਤ ਸਾਰੀਆਂ ਕਰੀਅਰ ਇਨਸਿਕਿਉਰਿਟੀਜ਼ ਹੁੰਦੀਆਂ ਨੇ। ਕਈ ਵਾਰੀ ਅਸੀਂ ਕਿਸੇ ਜਗ੍ਹਾ 'ਤੇ ਜੌਬ ਕਰ ਰਹੇ ਹੁੰਦੇ ਹਾਂ ਪਰ ਉਹ ਜੌਬ ਜਾਂ ਐਟਮੋਸਫੀਅਰ ਸਾਨੂੰ ਬਹੁਤ ਜ਼ਿਆਦਾ ਸੂਟ ਨਹੀਂ ਕਰਦਾ ਹੈਗਾ ਅਤੇ ਪਰ ਅਸੀਂ ਉਹ ਜੌਬ ਛੱਡ ਵੀ ਨਹੀਂ ਪਾਉਂਦੇ। ਸਾਨੂੰ ਲੱਗਦਾ ਕਿ ਜੇ ਅਸੀਂ ਜੌਬ ਛੱਡ ਦਿੱਤੀ ਤਾਂ ਜਿਹੜਾ ਸਾਡਾ ਫਾਈਨੈਂਸ਼ੀਅਲ ਸੋਰਸ ਆ ਉਹ ਖ਼ਤਮ ਹੋ ਜਾਊਗਾ ਅਤੇ ਸਾਡੀ ਲਾਈਫ ਆ ਜਿਹੜੀ ਉਹ ਸ਼ਾਇਦ ਬੈਟਰ ਨਹੀਂ ਰਹੂਗੀ ਜਿੰਨੀ ਹੁਣ ਸਾਡੀ ਜੌਬ ਦੇ ਨਾਲ ਚੱਲਦੀ ਆ ਰਹੀ ਆ। ਪਰ ਜਿਹੜਾ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਉਹਦਾ ਮਤਲਬ ਸਿਰਫ ਨੌਕਰੀ ਕਰਨਾ ਨਹੀਂ ਹੁੰਦਾ। ਉਹਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੇ ਕੋਲ ਇਨਕਮ ਦੇ ਕੁਛ ਇੱਦਾਂ ਦੇ ਸੋਰਸ ਹੋਣ ਜਿਹਦੇ ਨਾਲ ਤੁਸੀਂ ਇੱਕ ਵਧੀਆ ਲਾਈਫ ਸਟਾਈਲ ਜਾਂ ਵਧੀਆ ਜ਼ਿੰਦਗੀ ਜਿਉ ਸਕੋ। ਉਹ ਇਹ ਵੀ ਹੋ ਸਕਦਾ ਕਿ ਤੁਸੀਂ ਆਪਣਾ ਛੋਟਾ ਮੋਟਾ ਕੋਈ ਕਿੱਤਾ ਸ਼ੁਰੂ ਕਰ ਸਕਦੇ, ਜਾਂ ਉਹ ਇਹ ਵੀ ਹੋ ਸਕਦਾ ਵਾ ਕਿ ਤੁਸੀਂ 2.5 ਲੱਖ ਦੀ ਇੱਕ ਜੌਬ ਛੱਡ ਕੇ ਆ ਕੇ ਇੱਕ ਸਕੂਨ ਭਰੀ 50,000 ਦੀ ਜੌਬ ਕਰ ਲਵੋ, ਹੈ ਨਾ। ਕਿਉਂਕਿ ਬਹੁਤ ਸਾਰੀਆਂ ਅਸੀਂ ਸੁਸਾਇਟੀ ਦੇ ਵਿੱਚ ਇੱਦਾਂ ਦੀਆਂ ਐਗਜ਼ਾਮਪਲਸ ਵੀ ਦੇਖਦੇ ਹਾਂ ਕਿ ਕਈ ਕੁੜੀਆਂ ਜਾਂ ਕਈ ਮੁੰਡੇ ਕਹਿ ਦਿੰਦੇ ਨੇ ਕਿ ਨਹੀਂ ਮੈਂ ਇਹ ਆਪਦੀ ਵੈਲ ਰਿਪਿਊਟਡ ਜੌਬ ਨਹੀਂ ਛੱਡਣੀ, ਪਰ ਉਹਨਾਂ ਦੀ ਉਹ ਜੌਬ ਜਿਹੜੀ ਹੁੰਦੀ ਆ ਉਹਨਾਂ ਦੇ ਪਰਿਵਾਰ ਦੀ ਕਲੇਸ਼ ਦਾ ਕਾਰਨ ਵੀ ਬਣਦੀ ਆ ਉਹ। ਤਾਂ ਉੱਥੇ ਸਾਡਾ ਜ਼ਰੂਰੀ ਹੋ ਜਾਂਦਾ ਹੈ ਕਿ ਜੋ ਇਸ ਸਿਚੁਏਸ਼ਨ ਦੇ ਵਿੱਚ ਤੁਸੀਂ ਹੈਗੇ ਹੋ ਉਹ ਤੁਹਾਨੂੰ ਇਸ ਟਾਈਮ ਜਾਂ ਤੁਹਾਡੇ ਪਰਿਵਾਰ ਨੂੰ ਤੰਗ ਕਰ ਰਹੀ ਹੈ, ਤਾਂ ਉਸ 'ਚੋਂ ਸਾਨੂੰ ਨਿਕਲਣ ਦਾ ਜ਼ਰੂਰ ਸੋਚਣਾ ਚਾਹੀਦਾ। ਅਤੇ ਪ੍ਰੋਫੈਸਰ ਰੀਨਾ ਢਿੱਲੋਂ ਹੋਰਾਂ ਦੇ ਨਾਲ ਅਸੀਂ ਕਰੀਅਰ ਇਨਸਿਕਿਉਰਿਟੀਜ਼ ਨੂੰ ਲੈ ਕੇ ਗੱਲ ਕਰਾਂਗੇ ਕਿ ਉਹਨਾਂ ਨੇ ਆਪਣੀ ਇੰਨੀ ਵੈਲ ਰਿਪਿਊਟਡ ਜੌਬ ਕਿਉਂ ਛੱਡੀ ਅਤੇ ਕਿਵੇਂ ਹੌਸਲਾ ਕੀਤਾ ਉਸ ਜੌਬ ਨੂੰ ਛੱਡਣ ਦਾ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰਦੀਪ, ਹੋਰ ਕਿਵੇਂ ਹੋ ਤੁਸੀਂ? ਵਧੀਆ, ਤੁਸੀਂ ਕਿਵੇਂ ਹੋ? ਬਿਲਕੁਲ ਠੀਕ ਠਾਕ। ਅੱਛਾ, ਤੁਸੀਂ ਪ੍ਰੋਫੈਸਰ ਰੀਨਾ ਢਿੱਲੋਂ ਤੋਂ ਹੁਣ ਰੀਨਾ ਇਕਨੂਰ ਹੋ ਗਏ। ਬਿਲਕੁਲ। ਜੌਬ ਤਾਂ ਤੁਸੀਂ ਛੱਡੀ ਹੋਈ ਸੀਗੀ, ਹੈ ਨਾ? ਜੀ। ਪਰ ਜਿਵੇਂ ਆਪਾਂ ਕਹਿੰਦੇ ਹੁੰਦੇ ਕਿ ਨਾਮ ਬਣਾਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਆ। ਜੀ। ਅਤੇ ਜੇ ਮੈਂ ਹੁਣ ਮੰਨ ਲਓ ਮੈਂ ਮੀਡੀਆ ਛੱਡ ਕੇ ਕਿਸੇ ਹੋਰ ਪ੍ਰੋਫੈਸ਼ਨ 'ਚ ਵੀ ਜਾਣਾ ਹੋਊਗਾ ਤਾਂ ਮੈਂ ਆਪਣਾ ਨਾਮ ਤਾਂ ਉਹੀ ਰੱਖੂੰਗੀ। ਮੈਨੂੰ ਲੱਗੂਗਾ ਵੀ ਘੱਟੋ ਘੱਟ ਮੈਨੂੰ ਇਸ ਨਾਮ ਨਾਲ ਲੋਕ ਜਾਣਦੇ ਤਾਂ ਹੈਗੇ ਨੇ, ਤਾਂ ਮੈਨੂੰ ਥੋੜ੍ਹੀ ਜਿਹੀ ਹੈਲਪ ਹੋ ਜੂਗੀ ਵੀ ਇਹ ਬੰਦਾ ਨਵਾਂ ਨਹੀਂ ਹੈਗਾ, ਹੈ ਨਾ, ਦੁਨੀਆ 'ਤੇ ਜਾਂ ਇਸ ਫੀਲਡ ਦੇ ਵਿੱਚ। ਹਾਂਜੀ। ਅਤੇ ਤੁਸੀਂ ਆਪਣਾ ਨਾਮ ਕਿਉਂ ਚੇਂਜ ਕਰ ਲਿਆ? 2005 ਤੋਂ ਲੈ ਕੇ 2020 ਤੱਕ ਮੈਂ ਯੰਗ ਜਨਰੇਸ਼ਨ ਦੇ ਨਾਲ ਹਰ ਸਾਲ ਜੁੜੀ ਹਾਂ ਅਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਬਹੁਤ ਸਾਰੇ ਬੱਚੇ ਮੇਰੇ ਤੋਂ ਪੜ੍ਹੇ ਆ, ਤੁਸੀਂ ਵੀ ਪੜ੍ਹੇ ਆ, ਅਤੇ ਅੱਜ ਮੈਨੂੰ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਇੱਕ ਵੈਲ ਐਸਟੈਬਲਿਸ਼ਡ ਐਂਕਰ ਆ। ਤੁਹਾਡੇ ਤੋਂ ਵੀ ਬਹੁਤ ਕੁਝ ਸਿੱਖਿਆ ਮੈਂ। ਸ਼ਬਦਾਂ ਦੇ ਨਾਲ ਖੇਡਣਾ ਤੁਹਾਨੂੰ ਆਉਂਦਾ ਹੈ ਅਤੇ ਇਸੇ ਤਰੀਕੇ ਦੇ ਨਾਲ ਇਹ ਮੇਰੀ ਲਾਈਫ ਬਹੁਤ ਅੱਛੀ ਚੱਲ ਰਹੀ ਸੀ।
ਪਰ ਜਦੋਂ ਮੈਂ ਕਿਉਂਕਿ ਇਸ 2005 ਤੋਂ ਲੈ ਕੇ 2020 ਤੱਕ ਮੈਂ 3 ਇੰਸਟੀਚਿਊਟਸ ਦੇ ਵਿੱਚ ਟੀਚ ਕੀਤਾ ਹੈ। ਜਦੋਂ ਮੈਂ ਲਾਸਟ ਇੰਸਟੀਚਿਊਟ ਜਿਹੜਾ ਛੱਡਿਆ ਉਹਦੇ ਵਿੱਚ ਇੱਕ ਚੀਜ਼ ਹੋ ਗਈ ਸੀ, ਕਿਉਂਕਿ ਮੇਰੇ ਥੋੜੀ ਫੈਮਿਲੀ ਦੇ ਲਿੰਕ ਹੈ ਤੇ ਇਸ ਕਰਕੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਇਹ ਚੀਜ਼ ਕਹਿਣੀ ਸ਼ੁਰੂ ਕਰ ਦਿੱਤੀ ਸੀ ਕਿ ਇਹ ਤਾਂ ਸਿਫਾਰਸ਼ੀ ਆ। ਅੱਛਾ, ਠੀਕ ਹੈ, ਕਾਲਜ 'ਚ ਹੀ ਨਹੀਂ ਬਲਕਿ ਮੈਨੂੰ ਆਸ-ਪਾਸ ਜਾਂ ਈਵਨ ਇਹ ਕਹਿ ਸਕਦੇ ਆ ਕਿ ਕੁਝ ਸਾਡੇ ਜਿਹੜੇ ਆਪਣੇ ਹੁੰਦੇ ਆ ਉਹਨਾਂ ਨੇ ਵੀ ਕਿਤੇ ਨਾ ਕਿਤੇ ਮੈਨੂੰ ਰਿਅਲਾਈਜ਼ ਕਰਵਾਉਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਵੀ ਤੇਰੀ ਤਾਂ ਸਿਫਾਰਿਸ਼ ਚੱਲ ਗਈ ਤਾਂ ਤੂੰ ਵਧੀਆ ਇੰਸਟੀਚਿਊਟ ਦੇ ਵਿੱਚ ਲੱਗ ਗਈ। ਤੇ ਮੈਂ ਇਹ ਸੋਚ ਰਹੀ ਸੀ ਕਿ ਮੈਂ UGC ਕਲੀਅਰ ਕੀਤੀ ਫਰਸਟ ਅਟੈਂਪਟ ਵਿੱਚ। ਉਦੋਂ ਮੇਰੇ MA ਸੈਕੰਡ ਈਅਰ ਦੀ ਮੈਂ ਸਟੂਡੈਂਟ ਸੀ, ਮੇਰਾ ਫਰਸਟ ਅਟੈਂਪਟ ਦੇ ਵਿੱਚ ਨੈਟ ਕਲੀਅਰ ਹੋ ਗਿਆ। ਮੈਂ 골ਡ ਮੈਡਲਿਸਟ ਰਹੀ ਹਾਂ MA ਦੇ ਵਿੱਚ ਤੇ ਮੈਂ 2005 ਤੋਂ ਟੀਚ ਕਰ ਰਹੀ ਹਾਂ। ਮੇਰੀਆਂ 2 ਬੁੱਕਸ ਪਬਲਿਸ਼ ਹੋਈਆਂ ਹੈ ਕਿ ਮੇਰੀਆਂ ਸਾਰੇ ਟੈਲੈਂਟ ਨੂੰ ਇੱਕ ਸਾਈਡ ਤੇ ਰੱਖ ਕੇ ਮੈਨੂੰ ਸਿਫਾਰਸ਼ੀ ਹੋਣ ਦਾ ਟੈਗ ਦੇ ਦਿੱਤਾ ਗਿਆ, ਜਸਟ ਬਿਕੋਜ਼ ਵੀ ਤੁਹਾਡੇ ਫੈਮਿਲੀ ਰਿਲੇਸ਼ਨ ਕੁਝ ਜ਼ਿਆਦਾ ਪੋਲੀਟੀਕਲ ਹੈ ਥੋੜੇ। ਤੇ ਜਦੋਂ ਇਹ ਚੀਜ਼ ਮੈਨੂੰ ਹਰ ਦੂਸਰੇ ਤੀਸਰੇ ਦਿਨ ਸੁਣਨ ਨੂੰ ਮਿਲੀ ਤਾਂ ਕਿਤੇ ਨਾ ਕਿਤੇ ਉਹ ਇੱਥੇ ਵੱਜੀ, ਕਿਤੇ ਨਾ ਕਿਤੇ ਉਹ ਮੈਨੂੰ ਹਰਟ ਕਰਦੀ ਸੀ, ਮੈਨੂੰ ਤੋੜਦੀ ਸੀ ਅੰਦਰੋਂ। ਮੈਨੂੰ ਠੀਕ ਹੈ, ਮੈਂ ਆਪਣੇ ਟੈਲੈਂਟ ਦੇ ਨਾਲ, ਮੈਂ ਆਪਣੇ ਹੁਨਰ ਦੇ ਨਾਲ ਤੇ ਮੈਂ ਆਪਣੀ ਮਿਹਨਤ ਦੇ ਨਾਲ ਆਪਣੇ ਆਪ ਨੂੰ ਪ੍ਰੂਫ ਵੀ ਕੀਤਾ। ਮੈਂ 2012 ਵਿੱਚ ਇੰਸਟੀਚਿਊਟ ਜੁਆਇਨ ਕੀਤਾ, 35 ਬੱਚੇ ਸੀ। 2020 ਚ ਛੱਡ ਗਈ 350 ਬੱਚੇ ਸੀ। ਕੋਈ ਲੈਬ ਨਹੀਂ ਸੀ, ਕੋਈ ਸਾਡੇ ਕੋਈ ਇਕਵਿਪਮੈਂਟਸ ਨਹੀਂ ਸੀ, ਕੋਈ ਸਟੂਡੀਓ ਨਹੀਂ ਹੁੰਦਾ ਸੀ। ਸਾਡੇ ਕੋਲ ਜ਼ੀਰੋ ਤੋਂ ਮੈਂ ਸ਼ੁਰੂ ਕੀਤਾ। ਕੋਈ ਕਮਰੇ ਨਹੀਂ, ਕੋਈ ਲੈਬ ਨਹੀਂ, ਕੋਈ ਕੰਪਿਊਟਰ ਨਹੀਂ, ਕੋਈ ਵੱਡੇ ਵੱਡੇ ਕੈਮਰੇ ਨਹੀਂ, ਕੋਈ ਸਟੂਡੀਓ ਨਹੀਂ, ਕੋਈ ਬੱਚੇ ਨਹੀਂ। ਤੇ ਉੱਥੋਂ ਅਸੀਂ ਜਦੋਂ ਮੈਂ ਛੱਡ ਕੇ ਆਈ ਸਾਰਾ ਕੁਝ ਸੀ। ਹਾਂਜੀ, ਮੈਂ ਕਿ ਇਸ ਟਾਈਮ ਦੇ ਉੱਤੇ ਮੈਂ ਸਟਰਗਲ ਕੀਤਾ, ਮੈਂ ਮਿਹਨਤ ਕੀਤੀ, ਮੈਂ ਹਿੰਮਤ ਨਹੀਂ ਹਾਰੀ। ਪਰ ਫਿਰ ਮੈਨੂੰ ਲੱਗਾ ਕਿ ਇਸ ਜਗ੍ਹਾ ਨੂੰ ਮੈਂ ਸੈੱਟ ਕਰ ਦਿੱਤਾ ਹੈ ਤੇ ਮੈਂ ਹੁਣ ਉਹ ਟੈਗ ਹਟਾਉਣਾ ਹੈ। ਤੇ ਮੈਨੂੰ ਇਹ ਲੱਗਦਾ ਹੁੰਦਾ ਸੀਗਾ ਕਿ ਜਿਹੜੀ ਚੀਜ਼ ਮੈਨੂੰ ਅੰਦਰ ਝੰਜੋੜ ਰਹੀ ਆ, ਮੈਂ ਕਿਉਂ ਨਾ ਇਹਨੂੰ ਖਤਮ ਕਰਦਾ। ਮੈਂ ਕਿਉਂ ਨਾ ਸਾਰਿਆਂ ਨੂੰ ਜਵਾਬ ਦੇ ਦਾਂ ਕਿ ਜਿਨ੍ਹਾਂ ਵਿੱਚ ਹੁਨਰ ਹੁੰਦਾ ਹੈ ਉਹ ਜ਼ਿੰਦਗੀ ਵਿੱਚ ਕਿਸੇ ਵੀ ਸਮੇਂ ਤੇ ਕਿਸੇ ਵੀ ਟਾਈਮ ਦੇ ਉੱਤੇ ਆਪਣੀ ਇੱਕ ਨਵੀਂ ਪਹਿਚਾਣ ਬਣਾ ਸਕਦੇ ਆ। ਇਸ ਲਈ ਮੈਂ ਆਪਣੇ ਸਰਨੇਮ ਦੀ ਜਗ੍ਹਾ ਤੇ, ਕਿਉਂਕਿ ਉਹ ਸਰਨੇਮ ਬਹੁਤ ਇਨਫਲੂਐਂਸ਼ੀਅਲ ਸੀ, ਸਰਨੇਮ ਦੀ ਜਗ੍ਹਾ ਤੇ ਆਪਣਾ ਨਾਮ ਰੀਨਾ ਢਿੱਲੋਂ ਤੋਂ ਰੀਨਾ ਇਕਨੂਰ ਰੱਖ ਦਿੱਤਾ ਕਿ ਹੁਣ ਮੈਨੂੰ ਲੋਕ ਇਕਨੂਰ ਦੇ ਨਾਂ ਨਾਲ ਜਾਣਨ। ਤੇ ਮੈਂ ਜਦੋਂ ਆਡੀਸ਼ਨ ਦਿੱਤਾ ਆਪਣਾ 2020 ਦੇ ਵਿੱਚ, ਜਦੋਂ ਜੌਬ ਛੱਡ ਦਿੱਤੀ ਤੇ ਮੈਂ ਜਦੋਂ ਆਡੀਸ਼ਨ ਦਿੱਤਾ ਤੇ ਮੈਂ ਉੱਥੇ ਅਪਲਾਈ ਕੀਤਾ ਇਕਨੂਰ ਦੇ ਨਾਮ ਨਾਲ। ਕਿਸੇ ਨੂੰ ਨਹੀਂ ਪਤਾ ਸੀ ਮੇਰੀ ਫੈਮਿਲੀ ਬੈਕਗਰਾਉਂਡ ਕੀ ਹੈ, ਕੀ ਮੇਰਾ ਸਟੇਟਸ ਹੈ। ਮੈਂ ਇਹ ਵੀ ਨਹੀਂ ਦੱਸਿਆ ਕਿ ਮੈਨੂੰ ਇੰਨੇ ਸਾਲ ਦਾ ਟੀਚਿੰਗ ਐਕਸਪੀਰੀਅੰਸ ਹੈ। ਮੈਂ ਆਪਣੀ ਵੌਇਸ ਦਾ ਆਡੀਸ਼ਨ ਪਹਿਲਾਂ ਦਿੱਤਾ ਸੀ ਤੇ ਉਸ ਬੇਸ ਦੇ ਉੱਤੇ ਮੈਂ ਇੱਕ ਮੀਡੀਆ ਹਾਊਸ ਦੇ ਨਾਲ ਜੁੜ ਗਈ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਆਡੀਸ਼ਨ ਦਿੰਦੀ ਗਈ ਤੇ ਮੈਂ ਫਰੰਟ ਤੇ ਕੈਮਰੇ ਤੇ ਆਉਣਾ ਸ਼ੁਰੂ ਹੋ ਗਈ। ਫਿਰ ਮਤਲਬ ਮੈਂ ਆਪਣੀ ਉੱਥੇ ਪਹਿਚਾਣ, ਆਈਡੈਂਟੀਟੀ ਲੁਕੋ ਕੇ ਇਕਨੂਰ ਦੇ ਨਾਂ ਨਾਲ ਕੀਤਾ ਤੇ ਉੱਥੇ ਵਾਹਿਗੁਰੂ ਦੀ ਮਿਹਰ ਦੇ ਨਾਲ ਉੱਥੇ ਵੀ ਰੱਬ ਨੇ ਮੈਨੂੰ ਮਤਲਬ ਇੱਕ ਮਾਨ ਸਨਮਾਨ ਦਿੱਤਾ। ਕਿਉਂਕਿ ਮੈਨੂੰ ਪਤਾ ਵੀ ਤੁਹਾਡੇ ਲਈ ਟੀਚਿੰਗ ਕਿੰਨਾ ਜ਼ਿਆਦਾ ਪੈਸ਼ਨ ਸੀਗਾ, ਹੈ ਨਾ, ਜਾਂ ਤੁਸੀਂ ਆਪਣੇ ਪ੍ਰੋਫੈਸ਼ਨ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਸੀਗੇ। ਤੁਸੀਂ ਮਤਲਬ ਕੁਇੱਕ ਤਾਂ ਨਹੀਂ ਮਨ ਬਣਾਇਆ ਹੋਣਾ ਵੀ ਮੈਂ ਛੱਡ ਦੇਵਾਂ, ਕਿਉਂਕਿ ਇਹ ਰੀਜ਼ਨ, ਇਹ ਸਵਾਲ ਮੈਂ ਤੁਹਾਨੂੰ ਇਸ ਕਰਕੇ ਪੁੱਛਿਆ। ਮੈਂ ਇਹ ਨਹੀਂ ਕਿ ਤੁਸੀਂ ਆਪਣੀ ਪਰਸਨਲ ਸਿਚੁਏਸ਼ਨ ਦੱਸੋ ਉਸ ਦੇ ਵਿੱਚ। ਬਹੁਤ ਸਾਰੇ ਸਾਡੇ ਸੁਸਾਇਟੀ ਦੇ ਵਿੱਚ ਜਾਂ ਮੇਰੇ ਸਰਕਲ ਦੇ ਵਿੱਚ ਵੀ ਬਹੁਤ ਸਾਰੇ ਇੱਦਾਂ ਦੇ ਲੋਕ ਨੇ ਜਿਹੜੇ ਕਿ ਇੱਕ, ਚਲੋ ਆਪਾਂ ਸਾਰੀ ਨੌਕਰੀਆਂ ਕਰ ਰਹੇ ਹਾਂ, ਹੈ ਨਾ, ਵੀ ਕਈ ਵਾਰ ਕਿਸੇ ਦੇ ਸਰਕਮਸਟਾਂਸਿਸ, ਜੌਬ ਦਾ ਐਟਮੋਸਫੀਅਰ ਇੱਦਾਂ ਦਾ ਨਹੀਂ ਹੁੰਦਾ, ਜਾਂ ਕਿਸੇ ਨੂੰ ਇੰਨੀ ਜ਼ਿਆਦਾ ਇਨਸਿਕਿਉਰਿਟੀ ਆ ਜਾਂਦੀ ਆ ਆਪਣੇ ਕਰੀਅਰ ਨੂੰ ਲੈ ਕੇ, ਚਾਹੇ ਉਹਦਾ ਸਾਰਾ ਕੁਝ ਵਧੀਆ ਵੀ ਹੋਵੇ, ਹੈ ਨਾ, ਪਰ ਉਹਨੂੰ ਲੱਗਦਾ ਹੁੰਦਾ ਹੈ ਕਿ ਜ਼ਿੰਦਗੀ ਉਦੋਂ ਹੀ ਵਧੀਆ ਜਿਉਂ ਜਾ ਸਕਦੀ ਆ ਜਦੋਂ ਤੁਹਾਡੇ ਕੋਲੇ ਇੱਕ ਮਤਲਬ ਵੈਲ ਐਸਟੈਬਲਿਸ਼ਡ ਜੌਬ ਹੋਵੇ, ਵੈਲ ਪੇਡ ਤੁਸੀਂ ਹੋਵੋ, ਹੈ ਨਾ। ਤਾਂ ਉਹ ਜਿਹੜਾ ਮਤਲਬ ਖਰਾਬ ਮਾਹੌਲ ਹੁੰਦਾ ਉਸ ਚੀਜ਼ ਨੂੰ ਸਵੀਕਾਰ ਕਰ ਲੈਂਦਾ, ਸਿਰਫ ਇੱਕ ਇਸੇ ਚੀਜ਼ ਕਰਕੇ ਵੀ ਨਹੀਂ ਸ਼ਾਇਦ ਜੇ ਮੈਂ ਇਸ ਚੀਜ਼ ਤੋਂ ਬਾਹਰ ਜਾਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਜਾ ਕੇ ਕੋਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੀ ਜ਼ਿੰਦਗੀ, ਮੇਰਾ ਲਾਈਫ ਸਟਾਈਲ ਜਾਂ ਇਹ ਚੀਜ਼ਾਂ ਨਹੀਂ ਰਹਿਣਗੀਆਂ। ਮਤਲਬ ਡਿਸੀਜਨ ਨਹੀਂ ਲੈ ਪਾਉਂਦੇ ਕਿ ਮੈਨੂੰ ਹੁਣ ਇੱਥੋਂ ਮੂਵ ਕਰ ਜਾਣਾ ਚਾਹੀਦਾ। ਰਾਈਟ, ਬਿਲਕੁਲ ਸਹੀ। ਤਾਂ ਤੁਹਾਨੂੰ ਕਿੰਨਾ ਟਾਈਮ ਲੱਗਿਆ ਸੀਗਾ ਇਹ ਡਿਸੀਜਨ ਲੈਣ ਲਈ? ਤਕਰੀਬਨ 1 ਸਾਲ। 1 ਸਾਲ? ਹਾਂ, ਮੈਂ 1 ਸਾਲ ਤੋਂ ਹੀ ਆਪਣਾ ਮਾਈਂਡ ਬਣਾ ਰਹੀ ਸੀ
ਵਾਕਈ ਹੀ ਸੌਖਾ ਨਹੀਂ ਸੀ। ਮੈਂ ਕਿ ਆਪਣੇ ਆਪ ਨੂੰ ਇੱਕ ਵੈਲ ਐਸਟੈਬਲਿਸ਼ਡ ਜੌਬ ਤੋਂ ਕੱਟ ਦੇਣਾ। 2-3 ਚੀਜ਼ਾਂ ਸੀਗੀਆਂ। ਪਹਿਲੇ ਨੰਬਰ 'ਤੇ ਇਹ ਚੀਜ਼ ਸੀ ਕਿ ਇੱਕ ਤੁਹਾਨੂੰ ਰੈਗੂਲਰ ਜੌਬ, ਜਿਹੜੀ ਕਿ ਅੱਜ ਕੱਲ੍ਹ ਇੰਨੀ ਸੌਖੀ ਮਿਲਦੀ ਹੀ ਨਹੀਂ, ਜਿਹਦੇ ਲਈ ਲੋਕੀ ਇੰਨੀ ਜ਼ਿਆਦਾ ਮਿਹਨਤ ਲੋਕੀ ਕਰਦੇ ਨੇ, ਸਿਫਾਰਿਸ਼ਾਂ ਕਰਦੇ ਆ, ਲੋਕੀ ਪੈਸੇ ਵੀ ਦਿੰਦੇ ਆ, ਲੋਕੀ ਬਹੁਤ ਮਿਹਨਤ ਵੀ ਕਰਦੇ ਆ ਇੱਕ ਰੈਗੂਲਰ ਜੌਬ ਨੂੰ ਲੈਣ ਦੇ ਲਈ। ਤੇ ਰੈਗੂਲਰ ਜੌਬ ਛੱਡਦੀ ਉੱਪਰੋਂ ਜਦੋਂ ਤੁਹਾਡੇ ਇੱਕ ਬਹੁਤ ਵਧੀਆ ਇਨਕਮ ਦਾ ਸੋਰਸ ਹੋਵੇ, ਮਹੀਨੇ ਬਾਅਦ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਮਤਲਬ ਕਾਫੀ ਅੱਛੀ ਜਿਹੜੀ ਅਮਾਊਂਟ ਆ ਰਹੀ ਹੋਵੇ, ਉਹ ਛੱਡਦੇ ਨਹੀਂ। ਫਿਰ ਉਸ ਤੋਂ ਬਾਅਦ ਏਜ ਫੈਕਟਰ, ਠੀਕ ਹੈ। ਮੈਂ ਕੋਈ 20-22-24 ਸਾਲਾਂ ਦੀ ਨਹੀਂ ਸੀ। ਹਾਂ ਕੋਈ ਗੱਲ ਨਹੀਂ, ਇਹ ਨਹੀਂ ਤਾਂ ਮੈਂ ਫਟਾਫਟ ਇੱਧਰ ਚੱਲ ਜੂੰਗੀ, ਇਹ ਨਹੀਂ ਇੱਧਰ ਚੱਲ ਜੂੰਗੀ। ਮੈਂ 35 ਈਅਰਸ ਤੋਂ ਅਬਵ ਹਾਂ, ਠੀਕ ਹੈ। ਤੇ ਮੇਰੇ ਲਈ ਇਹ ਚੀਜ਼ ਨਹੀਂ ਸੀ ਕਿ ਚਲੋ ਇਹ ਛੱਡੀ ਤਾਂ ਇਹ ਕਰ ਲਾਂਗੇ, ਕਿਉਂਕਿ ਬਹੁਤ ਸਾਰੇ ਕੰਪੀਟੀਟਿਵ ਐਗਜ਼ਾਮਸ ਆ ਜਿਹਦੇ ਵਿੱਚ 35 ਈਅਰਸ ਏਜ ਲਿਮਿਟ ਹੈ। ਇਸ ਤੋਂ ਬਾਅਦ ਤੁਸੀਂ ਕੋਈ ਕੰਪੀਟੀਟਿਵ ਐਗਜ਼ਾਮ ਨਹੀਂ ਦੇ ਸਕਦੇ। ਤੇ ਇਸ ਕਰਕੇ ਬਹੁਤ ਸਾਰੇ ਫੈਕਟਰਸ ਸੀ ਮੇਰੇ ਮਨ 'ਚ ਵੀ ਸੀ ਕਿ ਕੱਲ੍ਹ ਨੂੰ ਜੇ ਮੈਨੂੰ ਜੌਬ ਨਾ ਮਿਲੀ, ਲੋਕਾਂ ਨੇ ਕਹਿਣਾ ਫੇਲੀਅਰ। ਮੇਰੇ ਮਨ 'ਚ ਇਹ ਵੀ ਸੀ ਕਿ ਜੇ ਬਾਈ ਚਾਂਸ ਕਿ ਮੈਂ ਆਪਣੀ ਕੋਈ ਆਈਡੈਂਟਿਟੀ ਨਾ ਬਣਾ ਸਕੀ, ਤਾਂ ਹੋ ਸਕਦਾ ਹੈ ਕਿ ਮੈਂ ਘਰ ਰਹਿ ਕੇ ਵੀ ਇੰਨੀ ਖੁਸ਼ ਨਾ ਹੋਵਾਂ, ਕਿਤੇ ਨਾ ਕਿਤੇ ਮੈਨੂੰ ਕਿਤੇ ਅਫਸੋਸ ਹੀ ਨਾ ਹੋਵੇ ਕਿ ਮੈਂ ਆਪਣੀ ਜ਼ਿੰਦਗੀ ਦਾ ਇੱਕ ਗਲਤ ਸਟੈਪ ਲੈ ਲਿਆ ਹੈ। 2-3 ਚੀਜ਼ਾਂ ਫਿਰ ਸੀ ਜਿਹਦੇ ਕਾਰਨ ਮੈਂ ਆਪਣਾ ਮਾਈਂਡ ਬਣਾਇਆ। ਪਹਿਲੇ ਨੰਬਰ 'ਤੇ ਸੀ ਕਿ ਕੀ ਮੈਂ ਖੁਸ਼ ਹਾਂ, ਕੀ ਮੈਂ ਇਸ ਸਮੇਂ ਖੁਸ਼ ਹਾਂ। ਮੈਂ ਖੁਸ਼ ਨਹੀਂ ਸੀ ਉਸ ਸਮੇਂ, ਮੈਂ ਖੁਸ਼ ਨਹੀਂ ਸੀ ਜਦੋਂ ਮੈਂ ਕਾਲਜ ਜਾਂਦੀ ਹੁੰਦੀ ਸੀ। ਓਬਵੀਅਸਲੀ ਕਈ ਵਾਰੀ ਇਨਵਾਇਰਮੈਂਟ ਹੁੰਦਾ ਹੈ ਕਿ ਤੁਸੀਂ ਖੁਸ਼ ਨਹੀਂ ਹੋ ਪਾਉਂਦੇ, ਕਈ ਵਾਰੀ ਤੁਹਾਡੇ ਆਸ-ਪਾਸ ਦੇ ਲੋਕ ਹੁੰਦੇ ਨੇ, ਕਈ ਲੋਕ ਹੁੰਦੇ ਜੋ ਤੁਹਾਨੂੰ ਮੋਟੀਵੇਟ ਕਰਦੇ, ਕਈ ਲੋਕ ਹੁੰਦੇ ਜਿਨ੍ਹਾਂ ਨੇ ਹਮੇਸ਼ਾ ਤੁਹਾਡੀ ਲੱਤ ਖਿੱਚਣੀ ਹੁੰਦੀ ਆ, ਠੀਕ ਹੈ। ਤਾਂ ਪਰ ਫਿਰ ਵੀ ਇਹਨਾਂ ਲੋਕਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ। ਪਰ ਮੈਂ ਆਪਣੇ ਆਪ ਤੋਂ ਇੱਕ ਸਵਾਲ ਪੁੱਛਿਆ ਕਿ ਕੀ ਰੀਨਾ ਤੂੰ ਆਪਣੀ ਜ਼ਿੰਦਗੀ ਤੋਂ ਖੁਸ਼ ਹਾਂ? ਤੇ ਮੈਨੂੰ ਜਵਾਬ ਆਉਂਦਾ ਸੀਗਾ ਕਿ ਨਹੀਂ, ਮੈਂ ਖੁਸ਼ ਨਹੀਂ ਆ। ਮੈਨੂੰ ਸਕੂਨ ਚਾਹੀਦਾ ਸੀ ਲਾਈਫ 'ਚ। ਬਹੁਤ ਸਾਰੀਆਂ ਚੀਜ਼ਾਂ, ਪੈਸਾ ਤੁਹਾਨੂੰ ਅਹੁਦੇ ਦੇ ਸਕਦਾ ਹੈ, ਪੈਸਾ ਅਹੁਦੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਸਕਦੇ, ਤੁਸੀਂ ਬਹੁਤ ਵਧੀਆ ਬ੍ਰਾਂਡਡ ਚੀਜ਼ਾਂ ਪਾ ਸਕਦੇ ਆ, ਤੁਸੀਂ ਵਧੀਆ ਘਰ 'ਚ ਰਹਿ ਸਕਦੇ ਆ, ਗੱਡੀਆਂ ਖਰੀਦ ਸਕਦੇ ਆ, ਤੁਸੀਂ ਜਿਊਲਰੀ ਵਧੀਆ ਪਾ ਸਕਦੇ ਆ, ਪਰ ਖੁਸ਼ੀ ਕਿੱਥੋਂ ਖਰੀਦ ਕੇ ਲਿਆਵਾਂਗੇ? ਬਿਲਕੁਲ ਖੁਸ਼ੀ ਅਹੁਦਿਆਂ ਤੋਂ ਨਹੀਂ ਮਿਲਦੀ, ਖੁਸ਼ੀ ਪੈਸਿਆਂ ਤੋਂ ਨਹੀਂ ਮਿਲਦੀ। ਖੁਸ਼ੀ ਤਾਂ ਅੱਜ ਅਸੀਂ ਖੇਤਾਂ 'ਚ ਖੜੇ ਆ, ਮੈਂ ਬਹੁਤ ਖੁਸ਼ ਹਾਂ, ਖੁਸ਼ੀ ਤਾਂ ਮੈਨੂੰ ਇੱਥੇ ਮਿਲ ਰਹੀ ਆ, ਠੀਕ ਹੈ। ਸੋ ਮੈਂ ਆਪਣੇ ਆਪ ਤੋਂ ਪੁੱਛਿਆ ਕਿ ਰੀਨਾ ਤੂੰ ਖੁਸ਼ ਹਾਂ? ਤੇ ਮੇਰੇ ਕੋਲ ਜਵਾਬ ਬਾਰ-ਬਾਰ ਆਉਂਦਾ ਸੀ ਮੈਂ ਖੁਸ਼ ਨਹੀਂ ਆ। ਤੇ ਸਭ ਤੋਂ ਇੰਪੋਰਟੈਂਟ ਰੋਲ ਮੇਰੀ ਫੈਮਿਲੀ ਦਾ ਸੀ। ਜਦੋਂ ਮੈਂ ਆਪਣੀ ਫੈਮਿਲੀ ਨੂੰ ਬਿਠਾ ਕੇ ਸਾਰਿਆਂ ਨੂੰ ਕਿਹਾ ਕਿ ਮੈਂ ਖੁਸ਼ ਨਹੀਂ ਆਪਣੀ ਲਾਈਫ ਤੋਂ, ਤਾਂ ਫੈਮਿਲੀ ਨੇ ਇਹ ਕਿਹਾ ਕਿ ਸਾਨੂੰ ਤੇਰੀ ਖੁਸ਼ੀ ਚਾਹੀਦੀ ਹੈ। ਬਿਲਕੁਲ, ਕਿ ਬਾਬਾ ਜੀ ਦੀ ਮਿਹਰ ਦੇ ਨਾਲ ਅਸੀਂ ਵੀ ਸਾਰੇ ਕੰਮ ਕਰ ਰਹੇ ਹਾਂ। ਦੂਸਰੀ ਇਹ ਆ ਕਿ ਤੂੰ ਵੀ ਸੇਵਿੰਗ ਕੀਤੀ ਹੋਈ ਆ, ਜੇ ਕੱਲ੍ਹ ਨੂੰ ਤੈਨੂੰ ਜੌਬ ਨਹੀਂ ਵੀ ਮਿਲਦੀ ਤੂੰ ਖਾ ਵੀ ਸਕਦੀ ਆ। ਬਿਲਕੁਲ, ਤੇ ਨਾਲੇ ਤੂੰ ਭੁੱਖੀ ਕਿਉਂ ਮਰੇਂਗੀ? ਅਸੀਂ ਤੇਰੇ ਨਾਲ ਆ, ਤੇਰੇ ਕੋਲ ਹੁਨਰ ਆ, ਇਹ ਕੰਮ ਨਹੀਂ ਕੋਈ ਹੋਰ ਕਰ ਲਈ। ਜਦੋਂ ਫੈਮਿਲੀ ਨੇ ਮੈਨੂੰ ਸਪੋਰਟ ਦੇ ਦਿੱਤੀ ਤਾਂ ਮੈਨੂੰ ਇਹ ਲੱਗਾ ਕਿ ਫੈਮਿਲੀ ਤੋਂ ਉੱਤੇ ਤਾਂ ਕੁਛ ਵੀ ਨਹੀਂ। ਇਹ ਵੈਸੇ ਹੈ ਤਾਂ ਬਹੁਤ ਹੀ ਹਿੰਮਤ ਵਾਲੀ ਗੱਲ ਹੁੰਦੀ ਆ, ਕਿਉਂਕਿ ਜਦੋਂ ਮੇਰੀ ਪ੍ਰੈਗਨੈਂਸੀ ਚੱਲ ਰਹੀ ਸੀ ਤਾਂ ਉਦੋਂ ਮੈਨੂੰ ਸੀਗਾ ਕਿ ਮੈਂ ਆਪਣੇ ਮਾਈਂਡ ਨੂੰ ਪ੍ਰਿਪੇਅਰ ਕਰ ਰਹੀ ਸੀ ਵੀ ਮੈਨੂੰ ਹੁਣ ਕੁਝ ਟਾਈਮ ਆਪਣੀ ਜੌਬ ਤੋਂ ਬ੍ਰੇਕ ਲੈਣੀ ਪੈਣੀ ਆ। ਬਿਲਕੁਲ ਬਿਲਕੁਲ। ਮੇਰੀ ਪ੍ਰੈਗਨੈਂਸੀ ਟਾਈਮ ਬਾਹਰ ਜਦੋਂ ਮੈਂ ਕਾਨਫਰੰਸ ਅਟੈਂਡ ਕਰਨ ਜਾਂਦੀ ਸੀ ਜਾਂ ਕਿਸੇ ਇੰਟਰਵਿਊ ਤੇ ਜਾਂਦੀ ਸੀ ਤਾਂ ਮੈਨੂੰ ਸਾਰੇ ਕਹਿ ਦਿੰਦੇ ਸੀ ਵੀ ਹੁਣ ਤਾਂ ਤੁਹਾਨੂੰ ਘਰੇ ਬੈਠ ਜਾਣਾ ਚਾਹੀਦਾ, ਪਰ ਮੈਂ ਆਪਣੇ ਕੰਮ ਨੂੰ ਇੰਜੋਏ ਕਰ ਰਹੀ ਸੀਗੀ ਉਸ ਟਾਈਮ ਤੇ। ਬਿਲਕੁਲ। ਤੇ ਜਦੋਂ ਫਾਈਨਲੀ ਬੇਟੀ ਨੇ ਬਰਥ ਲਿਆ ਤਾਂ ਉਸ ਟਾਈਮ ਤੋਂ ਬਾਅਦ ਮੈਨੂੰ ਵੀ ਹੁਣ ਤੇਰੇ ਕੋਲ ਖੁੱਲ੍ਹਾ ਟਾਈਮ ਆ। ਮੇਰੇ MD ਕਹਿੰਦੇ ਕਿ ਤੁਸੀਂ ਅਗਰ 6 ਮਹੀਨੇ ਜਿੰਨਾ ਟਾਈਮ ਵੀ ਤੁਸੀਂ ਲੈਣਾ ਚਾਹੁੰਦੇ ਹੋ, ਕਿਉਂਕਿ ਤੁਸੀਂ ਆਪਣੀ ਪ੍ਰੈਗਨੈਂਸੀ ਟਾਈਮ ਪੂਰਾ ਕੰਮ ਕੀਤਾ ਹੈ, ਵੀ ਤੁਸੀਂ ਹੁਣ ਟਾਈਮ ਲੈ ਸਕਦੇ ਹੋ, ਹੈ ਨਾ। ਤੇ ਮੈਨੂੰ 2.5 ਮਹੀਨੇ ਬਾਅਦ ਇਹ ਹੋ ਗਿਆ ਕਿ ਨਹੀਂ, ਮੈਂ ਜੌਬ 'ਤੇ ਵਾਪਸ ਜਾਣਾ ਆ, ਹੈ ਨਾ। ਤਾਂ ਇਹ ਡਿਸੀਜਨ ਲੈਣਾ ਵੀ ਬਹੁਤ ਹਿੰਮਤ ਵਾਲਾ ਕੰਮ ਹੁੰਦਾ ਹੈ ਕਿ ਮੈਂ ਹੁਣ ਆਪਣੀ ਇੱਕ ਡੈਕੋਰੇਟਡ ਜਿਹੜੀ ਜੌਬ ਆ ਉਹਨੂੰ ਮੈਂ ਹੁਣ ਥੋੜ੍ਹੇ ਟਾਈਮ ਦੇ ਲਈ ਬ੍ਰੇਕ ਦੇ ਦਾਂ, ਹੈ ਨਾ। ਤਾਂ ਮੈਂ ਹੁਣ ਇਹ ਕੰਮ ਨਹੀਂ ਕਰੂੰਗੀ, ਹੈ ਨਾ। ਬਹੁਤ ਹਿੰਮਤ ਵਾਲੀ ਗੱਲ ਹੁੰਦੀ ਆ। ਮੈਮ ਇੱਕ ਚੀਜ਼ ਮੈਂ ਦੇਖਦੀ ਹੁੰਦੀ ਹਾਂ ਕਿ ਲੋਕੀ ਨਾ ਸਾਰੀਆਂ ਚੀਜ਼ਾਂ ਨੂੰ ਆਪਣੀ ਖੁਸ਼ੀ ਨਾਲੋਂ ਜ਼ਿਆਦਾ ਉੱਪਰ ਰੱਖਦੇ ਨੇਗੇ, ਪਰ ਅਸਲ ਦੇ ਵਿੱਚ ਜੇ ਕੰਮ ਤੁਸੀਂ ਵਧੀਆ ਕਰਨਾ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਤੁਹਾਡਾ ਖੁਸ਼ ਹੋਣਾ ਬਹੁਤ ਜ਼ਰੂਰੀ ਹੁੰਦਾ, ਹੈ ਨਾ। ਜਿਵੇਂ ਕਈ ਲੋਕੀ, ਜਿਵੇਂ ਮੈਂ ਕਿਹਾ ਵੀ ਇੱਕ ਜੌਬ 'ਚ ਜਾਂ ਇੱਕ ਐਟਮੋਸਫੀਅਰ 'ਚ ਕੰਮ ਕਰ ਰਹੇ ਹੁੰਦੇ ਨੇ ਪਰ ਖੁਸ਼ ਬਿਲਕੁਲ ਨਹੀਂ ਹੁੰਦੇ। ਬਸ ਜਦੋਂ ਮਹੀਨੇ ਬਾਅਦ ਥੋੜ੍ਹਾ ਬੈਂਕ ਬੈਲੈਂਸ ਵੱਧਦਾ ਤਾਂ ਉਹ ਉਸੇ ਚੱਕਰ ਦੇ ਵਿੱਚ, ਹੈ ਨਾ, ਉਸੇ ਚੱਕਰ ਦੇ ਵਿੱਚ ਉਹ ਮਤਲਬ ਜੌਬ ਕਰਦੇ ਰਹਿੰਦੇ, ਪਰ ਹੋਰ ਬਹੁਤ ਸਾਰੀਆਂ ਚੀਜ਼ਾਂ ਆਪਣੀਆਂ ਸੈਕਰੀਫਾਈਸ ਕਰਦੇ ਰਹਿੰਦੇ ਨੇ। ਤਾਂ ਮੈਂਟਲੀ ਵੀ ਬਹੁਤ ਤਰ੍ਹਾਂ ਦੇ ਨਾਲ ਉਹਨਾਂ ਨੂੰ ਇਸ਼ੂਜ਼ ਹੋਣ ਲੱਗ ਜਾਂਦੇ ਨੇਗੇ। ਤੁਹਾਨੂੰ ਲੱਗਦਾ ਹੈ ਕਿ ਅਗਰ ਕੋਈ ਬੰਦਾ ਆਪਣੇ ਪ੍ਰੋਫੈਸ਼ਨ ਤੋਂ ਜਾਂ ਆਪਣੀ ਡੇਲੀ ਰੂਟੀਨ ਤੋਂ ਬ੍ਰੇਕ ਲੈਣਾ ਚਾਹੁੰਦਾ ਤਾਂ ਸਾਨੂੰ ਲੈ ਲੈਣੀ ਚਾਹੀਦੀ ਹੈ? ਦੇਖੋ ਗੁਰਦੀਪ, ਇਹ ਫੈਸਲਾ ਬਹੁਤ ਵੱਡਾ ਹੁੰਦਾ ਹੈ।
ਜਦੋਂ ਕੋਈ ਇਨਸਾਨ ਕਹਿੰਦਾ ਹੈ ਨਾ ਕਿ ਮੈਂ ਆਪਣੀ ਇੱਕ ਵਧੀਆ ਜੌਬ ਛੱਡ ਦੇਵਾਂ ਆਪਣੀ ਖੁਸ਼ੀ ਦੇ ਲਈ, ਠੀਕ ਹੈ, ਤਾਂ ਬਹੁਤ ਸਾਰੀਆਂ ਚੀਜ਼ਾਂ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਪਰਿਵਾਰ ਦਿਖਦਾ ਹੈ ਬੰਦੇ ਨੂੰ। ਹੁਣ ਬੰਦਾ ਜੌਬ ਕਰ ਰਿਹਾ, ਸਿਰਫ ਉਹਦੇ ਸਿਰ ਤੇ ਪਰਿਵਾਰ ਟਿਕਿਆ ਹੋਇਆ, ਉਹ ਕਹੇ ਮੈਂ ਤਾਂ ਕੁਛ ਨਹੀਂ, ਮੈਂ ਲੱਗਾ ਛੱਡਣ, ਪਰਿਵਾਰ ਦਾ ਕੀ ਹੋ? ਪਰਿਵਾਰ ਰੁਲ ਜਾਊ। ਬੱਚੇ ਪੜ੍ਹਾਉਣੇ ਆ, ਘਰ ਚਲਾਉਣਾ ਹੈ, ਸਾਡੇ ਬਜ਼ੁਰਗ ਘਰ 'ਚ ਬੈਠੇ ਆ, ਉਹਨਾਂ ਨੂੰ ਰੋਟੀ ਪਾਣੀ ਦਵਾਈ ਦੇਣਾ ਹੈ। ਤੇ ਹੁਣ ਕੋਈ ਆ ਕੇ ਕਵੇ ਕਿ ਇੱਕ ਬੰਦੇ ਦੇ ਸਿਰ ਤੇ ਘਰ ਚੱਲ ਰਿਹਾ ਹੈ ਤੇ ਆ ਕੇ ਕਵੇ ਮੈਂ ਖੁਸ਼ ਨਹੀਂ, ਮੈਂ ਕੱਲ ਤੋਂ ਨੌਕਰੀ ਛੱਡਣ ਲੱਗਾ, ਸਾਰਾ ਪਰਿਵਾਰ ਰੁਲ ਗਿਆ। ਸੋ ਸਭ ਤੋਂ ਪਹਿਲਾਂ ਤਾਂ ਲੋਕ ਤਾਂ ਨਹੀਂ ਡਿਸੀਜ਼ਨ ਲੈ ਪਾਉਂਦੇ, ਐਟਮੋਸਫੇਅਰ ਵਧੀਆ ਨਹੀਂ ਹੁੰਦਾ ਤੇ ਤਾਂ ਵੀ ਉਹ ਜੌਬ ਕਰ ਰਹੇ ਹੁੰਦੇ ਆ, ਕਿਉਂਕਿ ਕਿਤੇ ਨਾ ਕਿਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਦਿਖਾਈ ਦਿੰਦਾ ਆਪਣਾ ਪਰਿਵਾਰ ਕਿ ਮੇਰਾ ਪਰਿਵਾਰ ਪਾਲੂ ਕੌਣ। ਇਸ ਲਈ ਫਿਰ ਉਦੋਂ ਇਨਸਾਨ ਆਪਣੀ ਖੁਸ਼ੀ ਨੂੰ, ਆਪਣੀ ਕਹਿ ਸਕਦੇ ਆ ਸਕੂਨ ਨੂੰ, ਸਾਰੀਆਂ ਚੀਜ਼ਾਂ ਨੂੰ ਪਿੱਛੇ ਰੱਖ ਕੇ ਹਾਲਾਤਾਂ ਦੇ ਨਾਲ ਇੱਕ ਕੰਪਰੋਮਾਈਜ਼ ਕਰ ਲੈਂਦਾ ਹੈ, ਸਮਝੌਤਾ ਕਰ ਲੈਂਦਾ ਹੈ ਕਿ ਮੇਰੇ ਲਈ ਮੇਰਾ ਪਰਿਵਾਰ ਹੈ, ਮੈਂ ਆਪਣੇ ਪਰਿਵਾਰ ਨੂੰ ਪਾਲਣਾ ਹੈ, ਇਸ ਕਰਕੇ ਜੇ ਮੈਂ ਖੁਸ਼ ਨਹੀਂ ਵੀ ਹਾਂ ਤਾਂ ਮੈਨੂੰ ਇੱਥੇ ਜੌਬ ਕਰਨੀ ਚਾਹੀਦੀ ਹੈ, ਕਿਉਂਕਿ ਹੋ ਸਕਦਾ ਹੈ ਮੈਨੂੰ ਨਵੀਂ ਜੌਬ ਨਾ ਮਿਲੇ। ਜਿਸ ਤਰ੍ਹਾਂ ਦਾ ਇਸ ਸਮੇਂ 'ਤੇ ਸਾਡਾ ਜਿਹਨੂੰ ਕਹਿ ਸਕਦੇ ਹਾਂ ਕਿ ਸਾਡਾ ਪੂਰਾ ਸਿਨਾਰੀਓ ਚੱਲ ਰਿਹਾ ਹੈ, ਉੱਥੇ ਆਸਾਨੀ ਨਾਲ ਜੌਬ ਨਹੀਂ ਮਿਲਦੀ। ਪਰ ਇਹ ਆ ਕਿ ਜਿਹੜੇ ਲੋਕ ਖੁਸ਼ ਬਿਲਕੁਲ ਵੀ ਨਹੀਂ ਆ, ਉਹਨਾਂ ਲਈ ਮੈਂ ਜ਼ਰੂਰ ਇਹ ਕਹੂੰਗੀ ਕਿ ਆਪਣੀ ਸੇਵਿੰਗ ਰੱਖੋ। ਜਦੋਂ ਤੁਸੀਂ ਜੌਬ ਕਰਦੇ ਆ ਨਾ, ਬਹੁਤ ਜ਼ਰੂਰੀ ਹੈ, ਜਦੋਂ ਅਸੀਂ ਜੌਬ ਕਰ ਰਹੇ ਆ ਉਸ ਸਮੇਂ ਆਪਣੀ ਸੇਵਿੰਗ ਰੱਖੋ ਹੀ ਰੱਖੋ, ਕਿਉਂਕਿ ਕੱਲ ਨੂੰ ਜੇ ਤੁਸੀਂ 1% ਵੀ ਉਸ ਜਗ੍ਹਾ ਤੋਂ ਬਿਲਕੁਲ ਹੀ ਨਾ ਖੁਸ਼ ਹੋ ਜਾਂਦੇ ਹੋ ਤਾਂ ਕਮ ਸੇ ਕਮ ਤੁਹਾਨੂੰ ਹੋਵੇ ਕਿ ਸਾਲ 2 ਸਾਲ ਤੱਕ, ਜਿੰਨੀ ਦੇਰ ਤੱਕ ਮੈਂ ਕੋਈ ਜੌਬ ਲੱਭਣੀ ਹੈ ਜਾਂ ਜਿੰਨੀ ਦੇਰ ਤੱਕ ਮੈਂ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਹੈ, ਮੇਰੇ ਕੋਲ ਇੰਨੀ ਸੇਵਿੰਗ ਹੈ, ਮੈਂ ਘਰ ਪਾਲੂ, ਮੇਰੇ ਬੱਚੇ ਰੁਲਣਗੇ ਨਹੀਂ। ਇਸ ਲਈ ਸੇਵਿੰਗ ਬਹੁਤ ਜ਼ਰੂਰੀ ਹੈ। ਮੈਨੂੰ ਵੀ ਜੋ ਚੀਜ਼ ਮੈਨੂੰ ਆਪਣੀ ਕੇਸ ਦੇ ਵਿੱਚ ਲੱਗੀ, ਜਦੋਂ ਮੈਨੂੰ ਇਹ ਸੀਗਾ ਕਿ ਮੈਂ 2005 ਤੋਂ ਜੌਬ ਕਰ ਰਹੀ ਸੀ, 2020 ਦੇ ਵਿੱਚ ਮੈਂ ਛੱਡ ਰਹੀ ਹਾਂ, ਮੇਰੇ ਕੋਲ ਸੇਵਿੰਗ ਸੀ ਤੇ ਮੇਰੇ ਮਾਈਂਡ 'ਚ ਇਹ ਸੀ ਕਿ ਠੀਕ ਆ, ਕੋਈ ਗੱਲ ਨਹੀਂ, ਜੇ ਮੈਨੂੰ 1 ਸਾਲ ਜੌਬ ਨਹੀਂ ਮਿਲੀ, 2 ਸਾਲ ਜੌਬ ਨਹੀਂ ਮਿਲੀ ਤਾਂ ਮੇਰੇ ਕੋਲ ਸੇਵਿੰਗ ਹੈ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ। ਇਸ ਲਈ ਪਹਿਲਾਂ ਤਾਂ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਸੇਵਿੰਗ ਜ਼ਰੂਰ ਕਰੋ। ਇਹ ਨਹੀਂ ਕਿ ਜਦੋਂ ਅਸੀਂ ਜਿੰਨਾ ਕਮਾਉਂਦੇ ਉਨਾ ਖਰਚ ਕਰ ਦਿਓ, ਇੰਪੋਰਟੈਂਸ ਤੋਂ ਸੇਵਿੰਗ ਨੂੰ। ਦੂਸਰੀ ਚੀਜ਼ ਇਹ ਆ ਕਿ ਹਾਂ, ਜੇ ਤੁਹਾਨੂੰ ਇੱਕ ਲੌਂਗ ਟਰਮ ਲੀਵ ਮਿਲ ਸਕਦੀ ਹੈ ਤਾਂ ਲੀਵ ਲੈ ਕੇ ਉਸ ਟਾਈਮ ਤੁਸੀਂ ਜੌਬ ਲੱਭ ਸਕਦੇ ਆ, ਤੇ ਜੇ ਤੁਹਾਨੂੰ ਲੱਭ ਜਾਂਦੀ ਆ ਠੀਕ ਹੈ, ਨਹੀਂ ਤਾਂ ਉਹ ਦੁਬਾਰਾ ਤੁਸੀਂ ਜੌਬ ਤੇ ਵਾਪਸ ਜਾ ਸਕਦੇ ਆ। ਤੀਸਰਾ ਮੈਂ ਇਹ ਜ਼ਰੂਰ ਕਹੂੰਗੀ ਕਿ ਜੇ ਤੁਹਾਡੇ 'ਚ ਹੁਨਰ ਆ, ਜ਼ਰੂਰ ਤੁਸੀਂ ਸੈੱਟ ਹੋਵੋਗੇ, ਚਾਹੇ ਰੇਹੜੀ ਕਿਉਂ ਨਾ ਲਾਣੀ ਪਵੇ, ਆਪਣਾ ਕਮਾ ਕੇ ਤੁਸੀਂ ਜ਼ਰੂਰ ਖਾਓਗੇ ਜੇ ਤੁਹਾਡੇ 'ਚ ਹੁਨਰ ਆ। ਅੱਛਾ, ਇੱਕ ਚੀਜ਼ ਮੈਨੂੰ ਜਿਵੇਂ ਹੋਰ ਅਸੀਂ ਜ਼ਰੂਰ ਗੱਲ ਕਰਨੀ ਚਾਹਾਂਗੇ ਵੀ ਚਲੋ ਇਹ ਤਾਂ ਜੌਬ ਦੀ ਗੱਲ ਰਹਿ ਗਈ ਆ ਕਿ ਤੁਹਾਨੂੰ ਜੌਬ ਆ ਜਿਹੜੀ ਉਹ ਇੱਕ ਪਰਮਾਨੈਂਟ ਤੁਹਾਡੇ ਕੋਲੇ ਮਹੀਨੇ ਦਾ ਇਨਕਮ ਸੋਰਸ ਹੋ ਜਾਂਦਾ, ਤੁਹਾਨੂੰ ਸਿਕਿਉਰਿਟੀ ਜ਼ਿਆਦਾ ਦੇ ਦਿੰਦਾ, ਹੈ ਨਾ। ਪਰ ਜਿਵੇਂ ਕਈ ਲੋਕਾਂ ਨੂੰ ਪੜ੍ਹਨ ਲਿਖਣ ਤੋਂ ਬਾਅਦ ਵੀ ਜੌਬ ਨਹੀਂ ਮਿਲਦੀ ਹੈਗੀ, ਅਸੀਂ ਪਤਾ ਕੀ ਆਸ ਲਾ ਕੇ ਬਹਿ ਜਾਂਦੇ ਆ ਵੀ ਮੇਰੀ ਫਾਈਨੈਂਸ਼ੀਅਲ ਹਾਲਤ ਉਦੋਂ ਹੀ ਸੁਧਰੂਗੀ ਜਦੋਂ ਮੈਨੂੰ ਇੱਕ ਜੌਬ ਮਿਲ ਜੂਗੀ, ਹੈ ਨਾ। ਪਰ ਕਈਆਂ ਕੋਲੇ ਚੰਗੀ ਜ਼ਮੀਨ ਹੁੰਦੀ ਆ ਜਾਂ ਥੋੜੀ ਬਹੁਤੀ ਵੀ ਜ਼ਮੀਨ ਹੁੰਦੀ ਆ, ਜਾਂ ਉਹਨਾਂ ਕੋਲੇ ਘਰੇ ਇੰਨੀ ਕੁ ਥਾਂ ਹੁੰਦੀ ਆ ਵੀ 10 ਡੰਗਰ ਰੱਖ ਕੇ ਆਪਣਾ ਦੁੱਧ ਦਾ ਕੰਮ ਵੀ ਤੋੜ ਸਕਦੇ ਨੇ, ਹੈ ਨਾ। ਪਰ ਉਹ ਚੀਜ਼ਾਂ ਨੂੰ ਅਸੀਂ ਕਦੇ ਇੰਪੋਰਟੈਂਸ ਨਹੀਂ ਦਿੰਦੇ ਹੈਗੇ। ਮੈਂ ਇਸ ਚੀਜ਼ 'ਤੇ ਵੀ ਗੱਲ ਕਰਨਾ ਚਾਹੁੰਦੀ ਹਾਂ ਕਿ ਫਾਈਨੈਂਸ਼ਲੀ ਸਿਕਿਉਰ ਹੋਣ ਦਾ ਮਤਲਬ ਸਿਰਫ ਜੌਬ ਕਰਨਾ ਨਹੀਂ ਹੁੰਦਾ। ਜਿਵੇਂ ਤੁਸੀਂ ਕਿਹਾ ਕਿ ਸਾਡੇ ਬਹੁਤ ਸਾਰੇ ਜਿਹੜੇ ਮੁੰਡੇ ਕੁੜੀਆਂ ਨੇ ਉਹ ਕੋਈ ਵੀ ਕੰਮ ਕਰਨ ਲੱਗਿਆ ਥੋੜ੍ਹੀ ਸ਼ਰਮ ਵੀ ਮਹਿਸੂਸ ਕਰਦੇ ਨੇ। ਮੇਰੇ ਇੱਕ ਕਜ਼ਨ ਨੇ, ਉਹਨਾਂ ਨੂੰ ਜੌਬ ਆਫਰ ਹੋਈ 10,000 ਦੀ, ਹੈ ਨਾ। ਉਹ ਕਹਿੰਦੇ 10,000 ਦਾ ਤਾਂ ਮੇਰਾ ਤੇਲ ਹੀ ਲੱਗ ਜਾ ਕਰਨਾ ਵਾ, ਤੇ ਅੱਜ ਤੋਂ ਉਹ 15 ਸਾਲ ਪਹਿਲਾਂ ਦੀ ਗੱਲ ਸੀਗੀ, ਹੈ ਨਾ। ਤਾਂ ਅੱਜ ਜੇ ਉਹ ਉਸੇ ਜੌਬ ਤੇ ਹੁੰਦੇ ਤਾਂ ਹੁਣ ਨੂੰ ਉਹਨਾਂ ਦੀ 20-25 ਤੱਕ ਤਾਂ ਆਰਾਮ ਨਾਲ ਚਲੇ ਜਾਣੀ ਸੀ। ਤੇ ਦੂਜੀ ਉਹਨਾਂ ਦੀ ਸ਼ਰਤ ਸੀਗੀ ਵੀ ਮੈਨੂੰ ਫਿਰ ਪਹਿਲਾਂ ਮੋਟਰਸਾਈਕਲ ਚਾਹੀਦਾ ਵਾ ਜੌਬ ਤੇ ਜਾਣ ਲਈ। ਇਸ ਚੀਜ਼ ਦੇ ਉੱਪਰ ਮੈਂ ਚਾਹੂੰਗੀ ਕਿ ਆਪਣਾ ਯੂਥ ਕਈ ਵਾਰ ਡਿਪਰੈਸ ਹੋ ਜਾਂਦਾ ਵੀ ਸਾਨੂੰ ਜੌਬ ਨਹੀਂ ਮਿਲਦੀ, ਪੜ੍ਹ ਲਿਖ ਕੇ ਵੀ ਅਸੀਂ ਵਿਹਲੇ ਤੁਰੇ ਫਿਰਦੇ ਹਾਂ, ਪਰ ਇੱਥੇ ਥੋੜ੍ਹਾ ਜਿਹਾ ਰੋਲ ਸਾਡਾ ਵੀ ਹੋਣਾ ਚਾਹੀਦਾ ਕਿ ਅਸੀਂ ਆਪਣੇ ਲਈ ਕੋਈ ਹੀਲੇ ਵਸੀਲੇ ਜ਼ਰੂਰ ਲੱਭੀਏ। ਜਦੋਂ ਸਾਡੇ ਕੋਲ ਇੱਕ ਪਰਮਾਨੈਂਟ ਜੌਬ ਨਹੀਂ ਹੁੰਦੀ ਤਾਂ ਅਸੀਂ ਆਪਣੇ ਹੋਰ ਕੰਮ ਕਰ ਸਕਦੇ ਹਾਂ। ਬਿਲਕੁਲ ਬਿਲਕੁਲ, ਇਹ ਮੈਂ ਜ਼ਰੂਰ ਕਹੂੰਗੀ ਕਿ ਕਿਉਂਕਿ ਮੈਂ ਜਿੱਦਾਂ ਤੁਹਾਨੂੰ ਕਿਹਾ ਹੈ ਕਿ ਜੋ ਇਸ ਟਾਈਮ ਤੇ ਸਾਡਾ ਪੂਰਾ ਇਕੋਨਮੀ ਚੱਲ ਰਹੀ ਹੈ ਨਾ, ਉਸ ਸਮੇਂ ਜੌਬ ਓਪਰਚੁਨਿਟੀਜ਼ ਵਾਕਈ ਹੀ ਘੱਟ ਆ, ਬਹੁਤ ਜ਼ਿਆਦਾ ਨਹੀਂ ਹੈ। ਤੇ ਕਿਤੇ ਨਾ ਕਿਤੇ ਸਾਡੀ ਜਿਹੜੀ ਯੂਥ ਆ ਉਹ ਵਾਕਈ ਹੀ ਡਿਪਰੈਸਡ ਹੋ ਜਾਂਦੀ ਆ ਕਿ ਪੜ੍ਹਾਈ ਲਿਖਾਈ ਕਰ ਲਈ, ਸਾਡੇ ਕੋਲ ਕਈਆਂ ਕੋਲ ਹੁਨਰ ਵੀ ਹੁੰਦਾ ਹੈ ਤਾਂ ਵੀ ਸਾਨੂੰ ਜੌਬ ਨਹੀਂ ਮਿਲ ਰਹੀ ਹੈਗੀ। ਤਾਂ ਉਸ ਸਮੇਂ ਇਹ ਜ਼ਰੂਰੀ ਆ ਕਿ ਤੁਸੀਂ ਜ਼ਿੰਦਗੀ ਵਧੀਆ ਜੀਣੀ ਹੈ। ਵਧੀਆ ਜ਼ਿੰਦਗੀ ਦਾ ਮਤਲਬ ਹੈ ਤੁਸੀਂ ਮਿਹਨਤ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰਨਾ ਹੈ। ਬਾਕੀ ਸਾਰੀਆਂ ਚੀਜ਼ਾਂ ਦੁਨੀਆ ਦੇ ਵਿੱਚ ਸਟੇਟਸ ਸਿੰਬਲ ਆ।
ਠੀਕ ਹੈ। ਇਸ ਕਰਕੇ ਸਭ ਤੋਂ ਪਹਿਲਾਂ ਤੁਹਾਡੀ ਪ੍ਰਾਇੋਰਟੀ ਹੈ ਕਿ ਤੁਸੀਂ ਆਪਣੇ ਆਪ ਨੂੰ ਸੈੱਟ ਕਰਨਾ ਹੈ। ਇਸ ਲਈ ਜੇ ਤੁਹਾਨੂੰ ਜਿੰਨੀ ਦੇਰ ਤੱਕ ਜੌਬ ਨਹੀਂ ਮਿਲਦੀ, ਤੁਸੀਂ ਹੋਰ ਦੇਖੋ ਕਿ ਤੁਹਾਡੇ 'ਚ ਹੁਨਰ ਆ, ਤੁਸੀਂ ਹੋਰ ਕੀ ਕੰਮ ਕਰ ਸਕਦੇ ਹੋ। ਦੇਖੋ ਗੁਰਦੀਪ, ਤੁਹਾਡੇ ਚੈਨਲ ਨੇ ਹੀ ਉਹ ਕਵਰੇਜ ਕੀਤੀ ਸੀ ਨੂੰਹ ਸੱਸ ਦੀ ਰਸੋਈ। ਹਾਂਜੀ ਹਾਂ ਬਿਲਕੁਲ, ਠੀਕ ਹੈ ਨਾ। ਹੁਣ ਉਹ ਨੂੰਹ ਸੱਸ ਆ, ਉਹ ਖਾਣਾ ਖਿਲਾ ਕੇ ਇੱਕ ਵਧੀਆ ਸਨਮਾਨਜਨਕ ਜ਼ਿੰਦਗੀ ਜੀ ਰਹੀਆਂ ਨੇ। ਠੀਕ ਹੈ ਨਾ। ਸੋ ਕੰਮ ਛੋਟਾ ਵੱਡਾ ਨਹੀਂ ਹੁੰਦਾ। ਯੂਥ ਨੂੰ ਮੈਂ ਇਹੀ ਕਹੂੰਗੀ ਕਿ ਜੇ ਜੌਬ ਨਹੀਂ ਮਿਲਦੀ ਤਾਂ ਕੁਝ ਹੋਰ ਕਰੋ, ਪਰ ਕਰੋ ਜ਼ਰੂਰ। ਠੀਕ ਹੈ। ਇਸ ਲਈ ਬਾਕੀ ਸਾਰੀਆਂ ਚੀਜ਼ਾਂ ਕਿਉਂਕਿ ਸਟੇਟਸ ਸਿੰਬਲ ਆ, ਜ਼ਰੂਰਤਾਂ ਸਾਡੀਆਂ ਲਿਮਟਿਡ ਆ ਜੋ ਅਸੀਂ ਆਪਣੀਆਂ ਪੂਰੀਆਂ ਕਰ ਸਕਦੇ ਹਾਂ। ਮੈਮ ਆਖਰੀ ਸਵਾਲ ਆ, ਜਿਵੇਂ ਕਈ ਲੋਕ ਹੁਣ ਇੱਕ ਤਰ੍ਹਾਂ ਦੇ ਨਾਲ, ਕਿਉਂਕਿ ਜਿਹੜਾ ਪ੍ਰੋਫੈਸਰ ਦੀ ਡੈਜ਼ਿਗਨੇਸ਼ਨ ਆ ਬਹੁਤ ਹੀ ਰਿਸਪੈਕਟਡ, ਬਹੁਤ ਹੀ ਡਿਗਨਿਟੀ ਵਾਲੀ ਜੌਬ ਹੁੰਦੀ ਆ, ਹੈ ਨਾ। ਤਾਂ ਜਿਵੇਂ ਕਈ ਲੋਕਾਂ ਨੇ ਸ਼ਾਇਦ ਤੁਹਾਨੂੰ ਇਹ ਵੀ ਕਿਹਾ ਹੋਊਗਾ ਵੀ ਕਿਤੇ ਤੂੰ ਪ੍ਰੋਫੈਸਰ ਕਹਾਉਂਦੀ ਸੀਗੀ, ਹੁਣ ਤੂੰ ਮਤਲਬ ਇੱਕ ਟੀਵੀ 'ਚ ਕੰਮ ਕਰੇਂਗੀ ਜਾਂ ਇੱਕ ਚੈਨਲ 'ਚ ਕੰਮ ਕਰੇਂਗੀ, ਮਤਲਬ ਹੁਣ ਪ੍ਰੋਫੈਸਰ ਰੀਨਾ ਢਿੱਲੋਂ ਰੀਨਾ ਇਗਨੋਰ ਦੇ ਨਾਲ ਕੰਮ ਕਰਨਗੇ, ਹੈ ਨਾ। ਇਹ ਚੀਜ਼ ਤੁਹਾਡੇ ਲਈ ਵੈਸੇ ਤੁਸੀਂ ਐਕਸੈਪਟ ਕਰ ਲਈ ਸੀਗੀ ਇਹ ਚੀਜ਼ ਵੀ ਨਹੀਂ, ਉੱਥੇ ਮੈਨੂੰ ਲੋਕੀ ਪ੍ਰੋਫੈਸਰ ਕਹਿੰਦੇ ਸੀਗੇ ਕਿ ਹੁਣ ਮੈਨੂੰ ਸਿਰਫ ਇੱਕ ਰੀਨਾ ਇਗਨੋਰ ਦੇ ਨਾਲ ਜਾਣਨਗੇ? ਹਾਂ ਗੁਰਦੀਪ, ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਕਿ ਮੈਨੂੰ ਨਾ ਸ਼ੁਰੂ ਤੋਂ ਅਹੁਦਿਆਂ ਦੇ ਨਾਲ ਪਿਆਰ ਨਹੀਂ ਰਿਹਾ। ਮੇਰੀ ਡਿਪਾਰਟਮੈਂਟ ਜਾ ਕੇ ਪੁੱਛਿਆ ਜਾ ਸਕਦਾ ਹੈ, ਜਿਹੜੀ ਹੈੱਡ ਆਫ ਦਾ ਡਿਪਾਰਟਮੈਂਟ ਦੀ ਚੇਅਰ ਸੀ ਨਾ, ਉੱਥੇ ਮੈਂ ਕਦੀ ਬੈਠੀ ਹੀ ਨਹੀਂ। ਹਾਂਜੀ, ਮੈਂ ਦੂਜੀ ਚੇਅਰ ਤੇ ਬੈਠਦੀ ਹੁੰਦੀ ਸੀਗੀ। ਤੇ ਜਦੋਂ ਕਿਉਂਕਿ ਸਾਡੀ ਲੈਬ ਬਣੀ ਤਾਂ ਸਾਨੂੰ 2 ਚੇਅਰਸ ਅਲੋਟ ਹੋਈਆਂ ਸੀ। ਇੱਕ ਮੇਰੇ ਨਾਲ ਉਸ ਸਮੇਂ ਮੈਡਮ ਜਸਵੀਰ ਹੁੰਦੇ ਸੀ, ਉਹਨਾਂ ਲਈ ਚੇਅਰ ਸੀ, ਤੇ ਇੱਕ ਮੇਰੀ ਸੀ। ਮੈਂ ਪਿਛਲੇ ਕਾਫੀ ਸਮੇਂ ਤੋਂ ਆਪਣੀ ਚੇਅਰ ਤੇ ਬੈਠਦੀ ਨਹੀਂ ਸੀ। ਉੱਥੇ ਕੋਈ ਵੀ ਟੀਚਰ ਬੈਠ ਸਕਦਾ ਸੀ, ਮੈਂ ਦੂਸਰੀ ਚੇਅਰ ਤੇ ਬੈਠਦੀ ਸੀ। ਯਾਨੀ ਕਿ ਪਹਿਲੀ ਗੱਲ ਤਾਂ ਇਹ ਸੀਗੀ ਕਿ ਮੈਨੂੰ ਕਦੇ ਵੀ ਉਸ ਕੁਰਸੀ ਨਾਲ ਪਿਆਰ ਨਹੀਂ ਹੋਇਆ। ਤੇ ਮੈਂ ਜਦੋਂ ਜ਼ਿਆਦਾਤਰ ਲੋਕਾਂ ਨੂੰ ਆਪਣੇ ਆਪ ਨੂੰ ਇੰਟਰੋਡਿਊਸ ਕਰਵਾਉਂਦੀ ਸੀ ਨਾ, ਮੈਂ ਕਦੀ ਨਹੀਂ ਕਿਹਾ ਮੈਂ ਤਾਂ ਹੈੱਡ ਆਫ ਦਾ ਡਿਪਾਰਟਮੈਂਟ ਹੈ। ਮੈਂ ਐਕਸਪੀਰੀਅੰਸ ਸਰਟੀਫਿਕੇਟ ਤੇ ਵੀ ਹੈੱਡ ਨਹੀਂ ਲਿਖਵਾਇਆ, ਅਸਿਸਟੈਂਟ ਪ੍ਰੋਫੈਸਰ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਡਿਪਾਰਟਮੈਂਟ। ਮੈਨੂੰ ਅਹੁਦਿਆਂ ਨਾਲ ਬਹੁਤਾ ਜ਼ਿਆਦਾ ਲਗਾਵ ਨਹੀਂ ਰਿਹਾ। ਪਰ ਹਾਂ, ਜਦੋਂ ਤੁਸੀਂ ਇੱਕ ਬਹੁਤ ਵਧੀਆ ਪ੍ਰੋਫੈਸਰ ਦੀ ਜੌਬ ਨੂੰ ਨਾ ਸਾਡੀ ਸੁਸਾਇਟੀ ਦੇ ਵਿੱਚ ਬਹੁਤ ਹੀ ਜ਼ਿਆਦਾ ਰਿਸਪੈਕਟ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਤੇ ਹਾਂ, ਮੀਡੀਆ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਨੂੰ ਕਿਤੇ ਨਾ ਕਿਤੇ ਆਲੋਚਨਾ ਸਹਿਣੀ ਹੀ ਪੈਂਦੀ ਹੈ। ਇਹ ਸੱਚਾਈ ਹੈ, ਆਪਾਂ ਇਹਦੇ ਤੋਂ ਮੁਨਕਰ ਨਹੀਂ ਹੋ ਸਕਦੇ। ਪਰ ਇਹ ਸੀ ਕਿ ਜਦੋਂ ਹੁਣ ਮੈਂ ਰਾਤ ਨੂੰ ਸੌਂਦੀ ਆ ਨਾ, ਮੈਨੂੰ ਚੈਨ ਦੀ ਨੀਂਦ ਆਉਂਦੀ ਹੈ। ਜਦੋਂ ਮੈਂ ਸਵੇਰੇ ਉੱਠਦੀ ਹਾਂ, ਮੈਂ ਬਹੁਤ ਖੁਸ਼ ਹੋ ਕੇ ਉੱਠਦੀ ਹਾਂ। ਮੇਰੀ ਜ਼ਿੰਦਗੀ 'ਚ ਆਹੀ ਇੰਪੋਰਟੈਂਟ ਸੀ। ਮੇਰੀ ਜ਼ਿੰਦਗੀ 'ਚ ਇੱਕ ਪ੍ਰੈਸ਼ਰ 24 ਘੰਟੇ ਰਹਿਣਾ, ਜਾਂ ਤੁਹਾਨੂੰ ਕੋਈ ਡੀਗ੍ਰੇਡ ਕਰਦਾ ਰਹੇ, ਤੁਹਾਨੂੰ ਗੱਲਾਂ ਸੁਣਾਉਂਦਾ ਰਹੇ, ਪਰ ਹਾਂ ਬਾਹਰ ਚੌੜੇ ਹੋ ਕੇ ਮੈਂ ਪ੍ਰੋਫੈਸਰ, ਉਹ ਮੈਨੂੰ ਚੀਜ਼ ਨਹੀਂ ਦੇ ਰਹੀ ਸੀਗੀ। ਇਸ ਲਈ ਜੇ ਅਹੁਦਿਆਂ ਨਾਲ ਬਹੁਤਾ ਪਿਆਰ ਹੈ ਕਿਸੇ ਨੂੰ ਤਾਂ ਉਹ ਛੱਡੇਗਾ ਨਹੀਂ ਜੌਬ, ਚਾਹੇ ਜੋ ਮਰਜ਼ੀ ਪ੍ਰੋਬਲਮ ਹੋ ਜਾਏ, ਉਹਨੂੰ ਉਹ ਅਹੁਦਾ ਪਸੰਦ ਹੈ। ਤੇ ਇਸ ਕਰਕੇ ਜਦੋਂ ਇਹ ਫੀਲਿੰਗ ਆਉਂਦੀ ਸੀ ਤਾਂ ਮੈਂ ਉਹੀ ਗੱਲ ਹੈ ਕਿ ਜੇ ਮੈਨੂੰ ਇਹ ਲੱਗਦਾ ਸੀਗਾ ਕਿ ਅਸਲੀ ਲੋਕ ਤਾਂ ਆਹ ਜਿਹੜੇ ਸਾਡੇ ਆਸ-ਪਾਸ ਸਾਡੇ ਪਰਿਵਾਰ ਹੈ, ਇਹਨਾਂ ਨਾਲ ਮੈਂ ਖੁਸ਼ ਹਾਂ। ਹੁਣ ਫਿਰ ਬਾਹਰਲੀ ਦੁਨੀਆ ਦੀ ਜ਼ਿਆਦਾ ਪਰਵਾਹ ਨਾ ਹੀ ਕਰੋ ਤਾਂ ਚੰਗਾ ਹੈ। ਤੇ ਕਿਉਂਕਿ ਅਸੀਂ ਆਮ ਆਪਣੀ ਸੁਸਾਇਟੀ ਦੇ ਵਿੱਚ ਇਹ ਚੀਜ਼ਾਂ ਦੇਖਦੇ ਹਾਂ ਕਿ ਕਿਸੇ ਬੰਦੇ ਦੀ, ਜਾਂ ਮੰਨ ਲਓ ਕੋਈ ਆਰਟਿਸਟ ਵੀ ਆ, ਹੈ ਨਾ, ਜਦੋਂ ਉਹਨਾਂ ਦਾ ਕਰੀਅਰ ਵਧੀਆ ਨਹੀਂ ਚੱਲ ਰਿਹਾ ਹੁੰਦਾ ਤਾਂ ਉਹਨਾਂ ਨੂੰ ਉੱਥੇ ਉਹ ਮਤਲਬ ਉਸੇ ਚੀਜ਼ 'ਚ ਰਹਿ ਕੇ ਉਹ ਡਿਪਰੈਸ ਜ਼ਰੂਰ ਹੋ ਜਾਂਦੇ ਨੇ, ਪਰ ਉਹ ਕਦੇ ਇਹ ਨਹੀਂ ਸੋਚਦੇ ਹੈਗੇ ਕਿ ਮੈਂ ਹੁਣ ਕੋਈ ਹੋਰ ਕੰਮ ਕਰ ਲਾਂ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਤੱਕ ਲੋਕੀ ਮੈਨੂੰ ਇੱਕ ਸੈਲੀਬ੍ਰਿਟੀ ਦੀ ਨਜ਼ਰ ਨਾਲ ਦੇਖਦੇ ਆਏ ਨੇ ਵੀ ਮੈਂ ਇੱਕ ਸੈਲੀਬ੍ਰਿਟੀ ਹਾਂ, ਮੈਂ ਹੁਣ ਆਪਣੇ ਉਸ ਲੈਵਲ ਤੋਂ ਥੱਲੇ ਜਾ ਕੇ ਕੰਮ ਨਹੀਂ ਕਰ ਸਕਦਾ। ਪਰ ਜ਼ਰੂਰੀ ਹੁੰਦਾ ਇੱਕ ਤੁਹਾਡਾ ਸਕੂਨ ਤੇ ਇੱਕ ਤੁਹਾਡਾ ਸਰਵਾਈਵ ਕਰਦੇ ਰਹਿਣਾ, ਤੇ ਉਹਦੇ ਲਈ ਆਪਾਂ ਕਦੇ ਵੀ ਆਪਣੇ ਆਪ ਨੂੰ ਕਿਸੇ ਇਮੇਜ ਦੇ ਵਿੱਚ ਨਾ ਬਣੀ ਤਾਂ ਮੈਨੂੰ ਲੱਗਦਾ ਜ਼ਿੰਦਗੀ ਬਹੁਤ ਜ਼ਿਆਦਾ ਸੌਖੀ ਹੋ ਜਾਂਦੀ ਹੈ। ਤੇ ਜ਼ਿੰਦਗੀ 'ਚ ਤੁਸੀਂ ਕੋਈ ਵੀ ਚੇਂਜ ਕਰ ਵੀ ਸਕਦੇ ਹੋ ਤੇ ਐਕਸੈਪਟ ਵੀ ਬਹੁਤ ਛੇਤੀ ਕਰ ਲੈਂਦੇ ਹੋ। ਬਿਲਕੁਲ, ਬਹੁਤ ਮਿਹਰਬਾਨੀ, ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ। ਇਹਨਾਂ ਨੂੰ ਤੁਹਾਡੇ ਨਾਲ ਰੂਬਰੂ ਕਰਵਾਉਣ ਦਾ ਮੇਰਾ ਮਕਸਦ ਇਹੀ ਸੀਗਾ ਕਿ ਕਈ ਵਾਰੀ ਅਸੀਂ ਚਲੋ ਕਰੀਅਰ ਇਨਸਿਕਿਉਰਿਟੀਜ਼ ਦੀ ਵੀ ਅਸੀਂ ਗੱਲ ਜ਼ਰੂਰ ਕੀਤੀ ਆ, ਉਹ ਵੀ ਇੱਕ ਚੀਜ਼ ਸੀਗੀ, ਪਰ ਇੱਕ ਜਿਹੜੀ ਸਭ ਤੋਂ ਜ਼ਰੂਰੀ ਇਹ ਚੀਜ਼ ਸੀ ਵੀ ਕਈ ਵਾਰੀ ਨਾ ਅਸੀਂ ਆਪਣੇ ਆਪ ਨੂੰ ਇੱਕ ਇਮੇਜ ਦੇ ਵਿੱਚ ਬੰਨ੍ਹ ਲੈਂਦੇ ਹਾਂ ਵੀ ਨਹੀਂ ਮੈਂ ਤਾਂ ਹੁਣ ਇਸ ਤੋਂ ਥੱਲੇ ਆ ਕੇ ਕੰਮ ਨਹੀਂ ਕਰ ਸਕਦਾ, ਜਾਂ ਮੈਂ ਗੁਰਦੀਪ ਗਰੇਵਾਲ ਜਾਂ ਰੁਪਿੰਦਰ ਸੰਧੂ ਨੇ ਜਾਂ ਫਿਰ ਮੈਡਮ ਰੀਨਾ ਨੇਗੇ ਵੀ ਨਹੀਂ ਹੁਣ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਮੰਨ ਲਓ ਵੀ ਜਦੋਂ ਮੈਂ ਸਰਤਾਜ ਉਹਨਾਂ ਨੂੰ ਇੰਟਰਵਿਊ ਕੀਤਾ ਸੀ ਤਾਂ ਮੈਨੂੰ ਹੁਣ ਕਹਿੰਦੇ ਸੀਗੇ ਵੀ ਹੁਣ ਤੁਸੀਂ ਸਿਰਫ ਸਟੂਡੀਓ ਇੰਟਰਵਿਊਜ਼ ਹੀ ਕਰਿਓ, ਹੈ ਨਾ। ਮੈਂ ਕਿਹਾ ਸੀ ਵੀ ਮੈਂ ਬੰਨ੍ਹ ਕੇ ਨਹੀਂ ਰੱਖਣਾ ਚਾਹੁੰਦੀ ਆਪਣੇ ਆਪ ਨੂੰ, ਹੈ ਨਾ। ਤੇ ਹੋ ਸਕਦਾ ਵੀ ਅੱਜ ਸਰਤਾਜ ਉਹਨਾਂ ਨੂੰ ਇੰਟਰਵਿਊ ਕੀਤਾ, ਪੱਤਰਕਾਰ ਦਾ ਕੰਮ ਤਾਂ ਇਹੀ ਆ ਵੀ ਕੱਲ੍ਹ ਨੂੰ ਮੈਂ ਕਿਸੇ ਇੱਕ ਆਮ ਇਨਸਾਨ ਦੀ ਕਹਾਣੀ ਵੀ ਸਕਰੀਨ ਦੇ ਉੱਪਰ ਲੈ ਕੇ ਆ ਸਕਦੀ ਹਾਂ, ਹੈ ਨਾ। ਵੀ ਸਾਨੂੰ ਕਦੇ ਵੀ ਆਪਣੇ ਆਪ ਨੂੰ ਇੱਕ ਇਮੇਜ ਦੇ ਵਿੱਚ ਜਾਂ ਇੱਕ ਔਰੇ ਦੇ ਵਿੱਚ ਨਹੀਂ ਬੰਨਣਾ ਚਾਹੀਦਾ।
ਤੁਸੀਂ ਜਿੱਥੇ ਖੁਸ਼ ਹੋ, ਤੁਸੀਂ ਜੋ ਕਰਕੇ ਖੁਸ਼ ਹੋ, ਤੁਹਾਨੂੰ ਉਹ ਜ਼ਰੂਰ ਕਰ ਲੈਣਾ ਚਾਹੀਦਾ। ਬਾਕੀ ਮੈਨੂੰ ਗੁਰਦੀਪ ਗਰੇਵਾਲ ਹੋਰਾਂ ਨੂੰ, ਮੈਡਮ ਰੀਨੋ ਢਿੱਲੋਂ ਹੋਰਾਂ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ। ਸਤਿ ਸ਼੍ਰੀ ਅਕਾਲ।